ਸਾਰੇ ਭੈਣ ਭਰਾਵਾਂ ਨੂੰ ਜੈ ਮਸੀਹ ਦੀ। ਦਿਸ਼ਾ ਪਰਿਵਰਤਨ ਦੇ ਸਾਡੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ। ਦੋਸਤੋ, ਅਸੀਂ ਮਸੀਹੀ ਵਿਸ਼ਵਾਸ ਦੀ ਬੁਨਿਆਦੀ ਗੱਲਾਂ ਦੇ ਬਾਰੇ ਸਿੱਖ ਰਹੇ ਹਾਂ। ਅਸੀਂ ਆਪਣੇ ਪਿਛਲੇ ਪ੍ਰੋਗਰਾਮ ਦੇ ਵਿੱਚ ਪਰਮੇਸ਼ਰ ਦੀ ਦਇਆ ਬਾਰੇ ਸਿੱਖਿਆ ਸੀ। ਅੱਜ ਅਸੀਂ ਪਰਮੇਸ਼ਰ ਦੀ ਸਦੀਪਕ ਸੁਰੱਖਿਆ ਬਾਰੇ ਗੱਲਬਾਤ ਕਰਾਂਗੇ। ਇਸ ਦੇ ਲਈ ਅਸੀਂ ਬਾਈਬਲ ਵਿੱਚੋਂ ਯਹੂਨਾ ਦੀ ਅੰਜੀਲ ਉਸ ਦੇ 10 ਅਧਿਆਏ ਦੀ 22 ਤੋਂ ਲੈ ਕੇ 30 ਆਇਤਾਂ ਦੇ ਵਚਨਾਂ ਨੂੰ ਵੇਖਾਂਗੇ। ਇਹਨਾਂ ਵਚਨਾਂ ਵਿੱਚ ਅਸੀਂ 3 ਗੱਲਾਂ ਉੱਤੇ ਗੌਰ ਕਰਾਂਗੇ। ਆਓ ਵੇਖਦੇ ਕਿ ਉਹ 3 ਗੱਲਾਂ ਕਿਹੜੀਆਂ ਹਨ ਜਿਨ੍ਹਾਂ ਦੇ ਜ਼ਰੀਏ ਸਾਨੂੰ ਸਦੀਪਕ ਸੁਰੱਖਿਆ ਮਿਲਦੀ ਹੈ। पवित्रता विच सिद्ध हो के रहो, प्यारे यीशु दे आण विच देर नहीं। पवित्रता विच सिद्ध हो के रहो, प्यारे यीशु दे आण विच देर नहीं। उसदे वादे सारे पूरे हो रहे ने, तैयार हो जा। उसदे वादे सारे पूरे हो रहे ने, तैयार हो जा। पवित्रता विच सिद्ध हो के रहो, प्यारे यीशु दे आण विच देर नहीं। पवित्रता विच सिद्ध हो के रहो, प्यारे यीशु दे आण विच देर नहीं। लड़ाइयां अकाल ते भूचाल नाल कई बीमारियां नाल नाश हो रहे ने। लड़ाइयां अकाल ते भूचाल नाल कई बीमारियां नाल नाश हो रहे ने। राजे राजा दे विरुद्ध खड़े हो रहे ने, तैयार हो जा। राजे राजा दे विरुद्ध खड़े हो रहे ने, तैयार हो जा। पवित्रता विच सिद्ध हो के रहो, प्यारे यीशु दे आण विच देर नहीं। पवित्रता विच सिद्ध हो के रहो, प्यारे यीशु दे आण विच देर नहीं। पाप दे कारण प्रीत ठंडी पै जाएगी, कई सेवक भी नह जा तो फिर जावणगे। पाप दे कारण प्रीत ठंडी पै जाएगी, कई सेवक भी नह जा तो फिर जावणगे। ए यीशु दे ने ओण दियां निशानियां, तैयार हो जा। ए यीशु दे ने ओण दियां निशानियां, तैयार हो जा। पवित्रता विच सिद्ध हो के रहो, प्यारे यीशु दे आण विच देर नहीं। पवित्रता विच सिद्ध हो के रहो, प्यारे यीशु दे आण विच देर नहीं। बदला दे राही यीशु आउण वाला है, जो पाखन ਉਹਨਾਂ ਨੂੰ ਲੈ ਜਾਵੇਗਾ। बदला दे राही यीशु आउण वाला है, जो पाखन ਉਹਨਾਂ ਨੂੰ ਲੈ ਜਾਵੇਗਾ। ਉਹਦਾ ਪਿਆਰਾ ਮੂੰਹ ਵੇਖ ਕੇ ਮਗਨ ਹੋਵਾਂਗੇ, ਤਿਆਰ ਹੋ ਜਾ। ਉਹਦਾ ਪਿਆਰਾ ਮੂੰਹ ਵੇਖ ਕੇ ਮਗਨ ਹੋਵਾਂਗੇ, ਤਿਆਰ ਹੋ ਜਾ। पवित्रता विच सिद्ध हो के रहो, प्यारे यीशु दे आण विच देर नहीं। पवित्रता विच सिद्ध हो के रहो, प्यारे यीशु दे आण विच देर
ਸਰੋਤਾ ਦੋਸਤੋ, ਅੱਜ ਅਸੀਂ ਯਹੂਨਾ ਦੀ ਅੰਜੀਲ 10 ਅਧਿਆਏ 22 ਤੋਂ 30 ਐਤਾਂ ਵਿੱਚ ਇਹ ਗੌਰ ਕਰਾਂਗੇ ਕਿ ਸੰਦੀਪਕ ਸੁਰੱਖਿਆ ਬਾਰੇ ਬਾਈਬਲ ਕੀ ਆਖਦੀ ਹੈ। ਇਸ ਵਿੱਚੋਂ ਅਸੀਂ 3 ਮੁੱਖ ਗੱਲਾਂ ਬਾਰੇ ਗੌਰ ਕਰਾਂਗੇ। ਉਹਨਾਂ ਦੀ ਰੂਪਰੇਖਾ ਇਸ ਪ੍ਰਕਾਰ ਹੈ। ਨੰਬਰ 1, ਸੰਦੀਪਕ ਜੀਵਨ ਦਾ ਵਾਅਦਾ, ਪਿਤਾ ਦਾ ਵਚਨ, ਮਸੀਹ ਦਾ ਕਾਰਜ, ਪਵਿੱਤਰ ਆਤਮਾ ਦੀ ਗਵਾਹੀ। ਨੰਬਰ 2, ਸੰਦੀਪਕ ਜੀਵਨ ਦੀ ਰੱਖਿਆ। ਨੰਬਰ 3, ਸੰਦੀਪਕ ਜੀਵਨ ਦਾ ਸਬੂਤ। ਕਿਰਪਾ ਕਰਕੇ ਆਪ ਆਪਣੀ ਬਾਈਬਲ ਵਿੱਚੋਂ ਯਹੂਨਾ ਦੀ ਅੰਜੀਲ 10 ਅਧਿਆਏ 22 ਤੋਂ 30 ਐਤਾਂ ਨੂੰ ਕੱਢੋ। ਬਿਨਾਂ ਕੋਈ ਸਵਾਲ ਉਠਾਇਆ ਇਹ ਬਾਈਬਲ ਬਾਣੀ ਦਾ ਭਾਗ ਜਿਸ ਨੂੰ ਅਸੀਂ ਖੋਲ੍ਹਿਆ ਹੈ, ਇਹ ਮਸੀਹੀ ਨੇਚਾ ਦੇ ਯੁੱਧ ਦੇ ਮੈਦਾਨ ਵਿੱਚ ਇੱਕ ਹੈ। ਬਾਈਬਲ ਬਾਣੀ ਦੇ ਇਸ ਖਾਸ ਭਾਗ ਵਿੱਚੋਂ ਅਣਗਿਣਤ ਵਿਚਾਰ ਉੱਭਰ ਕੇ ਬਾਹਰ ਆ ਚੁੱਕੇ ਹਨ ਅਤੇ ਜੇਕਰ ਮੈਂ ਉਹਨਾਂ ਸਾਰੇ ਵਿਵਾਦਾਂ ਨੂੰ ਇੱਕੋ ਇੱਕ ਸਵਾਲ ਵਜੋਂ ਪੇਸ਼ ਕਰਨਾ ਚਾਹਾਂ ਤਦ ਉਹ ਸਵਾਲ ਇਹ ਹੈ, ਜਦੋਂ ਇੱਕ ਮਸੀਹ ਪਾਪ ਕਰਦਾ ਹੈ ਤਦ ਕੀ ਵਾਪਰਦਾ ਹੈ? ਜਾਂ ਫਿਰ ਉਹ ਵਿਅਕਤੀ ਜਿਸ ਦਾ ਨਵਾਂ ਜਨਮ ਹੋ ਚੁੱਕਾ ਹੈ ਕਦੇ ਵੀ ਆਪਣੀ ਮੁਕਤੀ ਨੂੰ ਗਵਾ ਸਕਦਾ ਹੈ? ਹੁਣ ਮੈਂ ਆਪ ਨੂੰ ਦੱਸ ਦੇਵਾਂ ਕਿ ਮੈਂ ਇੱਕ ਪ੍ਰਚਾਰਕ ਦੇ ਘਰ ਵੱਡਾ ਹੋਇਆ ਜੋ ਇੱਕ ਕਾਲਜ ਦਾ ਅਦਾਇਰੇ ਦੇ ਅੰਦਰ ਹੈ ਸੀ ਅਤੇ ਮੈਂ ਕੁਝ ਮਹਾਨ ਦਲੀਲ ਨੂੰ ਇਸ ਖਾਸ ਸਿੱਖਿਆ ਦੇ ਆਲੇ ਦੁਆਲੇ ਕਰਦਿਆਂ ਸੁਣ ਚੁੱਕਾ ਹਾਂ। ਮੈਨੂੰ ਯਾਦ ਹੈ ਜਦੋਂ ਮੈਂ ਪਹਿਲੀ ਵਾਰ ਇਸ ਬਾਰੇ ਸੁਣਿਆ ਸੀ ਤਦ ਮੈਂ ਇਸ ਨੂੰ ਸੰਤਾਂ ਦੇ ਤੀਰਥ ਨਾਂ ਦੇ ਲੰਬੇ ਮੁਹਾਵਰੇ ਵਜੋਂ ਸੁਣਿਆ ਸੀ। ਮੈਂ ਨਿਸ਼ਚਿਤ ਤੌਰ ਤੇ ਇਹ ਨਹੀਂ ਸੀ ਜਾਣਦਾ ਕਿ ਇਹ ਕੀ ਸੀ। ਮੈਂ ਸੋਚਿਆ ਸੀ ਕਿ ਹੋ ਸਕਦਾ ਹੈ ਕਿ ਇਸ ਦਾ ਸੰਬੰਧ ਉਹਨਾਂ ਲੰਬੇ ਸੰਦੇਸ਼ਾਂ ਨਾਲ ਹੋਵੇ ਜੋ ਅਸੀਂ ਐਤਵਾਰ ਸਵੇਰੇ ਸੁਣਦੇ ਹੁੰਦੇ ਸੀ। ਪਰ ਫਿਰ ਵੀ ਮੈਂ ਇਹ ਜਾਣਿਆ ਕਿ ਸੰਤਾਂ ਦਾ ਧੀਰਜ ਇੱਕ ਮੁਹਾਵਰਾ ਜਿਸ ਦੀ ਵਰਤੋਂ ਉਸ ਅਸਲੀਅਤ ਦਾ ਵਰਣਨ ਕਰਨ ਲਈ ਕੀਤੀ ਜਾਂਦੀ ਹੈ ਜੋ ਬਾਈਬਲ ਸਿਖਾਉਂਦੀ ਹੈ ਕਿ ਉਹ ਸਭ ਜੋ ਸੱਚਮੁੱਚ ਨਵਾਂ ਜਨਮ ਪਾਏ ਹੋਏ ਹਨ ਉਹ ਆਖਰੀ ਅੰਤ ਤੱਕ ਪਰਮੇਸ਼ਰ ਦੇ ਰਾਹੀਂ ਉਦੋਂ ਤੱਕ ਧੀਰਜ ਰੱਖਦੇ ਹਨ ਜਦੋਂ ਉਹ ਅਬਦੀ ਕਾਲ ਤੱਕ ਉਸ ਦੇ ਸਨਮੁਖ ਖੜੇ ਹੁੰਦੇ ਹਨ। ਅਤੇ ਫਿਰ ਮੇਰੀ ਮੁਲਾਕਾਤ ਵਿਸ਼ਵਾਸੀਆਂ ਦੀ ਸੁਰੱਖਿਆ ਨਾਂ ਦੀ ਕਹਾਵਤ ਨਾਲ ਕਰਾਈ ਗਈ ਸੀ। ਹੁਣ ਇਹ ਤਾਂ ਠੀਕ ਠਾਕ ਜਾਪਦਾ ਹੈ ਕਿਉਂਕਿ ਹਰੇਕ ਇਹ ਵਿਸ਼ਵਾਸ ਕਰਦਾ ਹੈ ਕਿ ਸੁਰੱਖਿਆ ਹੋਣਾ ਤਾਂ ਠੀਕ ਠਾਕ ਹੀ ਹੁੰਦਾ ਹੈ। ਜੀਵਨ ਵਿੱਚ ਇਹ ਮੁੱਢਲੀਆਂ ਮਨੁੱਖੀ ਜ਼ਰੂਰਤਾਂ ਵਿੱਚੋਂ ਇੱਕ ਹੈ। ਅਸੀਂ ਸਾਰੇ ਹੀ ਸੁਰੱਖਿਅਤ ਹੋਣਾ ਚਾਹੁੰਦੇ ਹਾਂ ਅਤੇ ਵਿਸ਼ਵਾਸੀ ਦੀ ਸੁਰੱਖਿਆ ਦਾ ਜ਼ਿਕਰ ਕਰਨ ਨਾਲੋਂ ਖਤਰੇ ਤੋਂ ਰਹਿਤ ਹੁੰਦੇ ਹਾਂ। ਪਰ ਫਿਰ ਕਿਸੇ ਨੇ ਮੇਰੀ ਮੁਲਾਕਾਤ ਅਬਦੀ ਸੁਰੱਖਿਆ ਨਾਂ ਦੀ ਕਹਾਵਤ ਨਾਲ ਕਰਾਈ ਅਤੇ ਇਹ ਤਾਂ ਇਸ ਯੁੱਧ ਦੇ ਹੋਰ ਲਾਗੇ ਟੁਕੜਾ ਹੀ ਹੈ। ਅਤੇ ਫਿਰ ਮੈਂ ਕੁਝ ਇਹੋ ਜਿਹੇ ਲੋਕਾਂ ਨੂੰ ਮਿਲਣਾ ਆਰੰਭ ਕੀਤਾ ਜੋ ਇਸ ਸਿੱਖਿਆ ਵਿੱਚ ਵਿਸ਼ਵਾਸ ਨਹੀਂ ਸੀ ਰੱਖਦੇ ਅਤੇ ਉਹਨਾਂ ਨੇ ਇਸ ਦਾ ਜ਼ਿਕਰ ਤੁਹਾਡੇ ਬਾਰੇ ਹੀ ਕੀਤਾ ਸੀ ਜੋ ਇਸ ਵਿੱਚ ਵਿਸ਼ਵਾਸ ਰੱਖਦੇ ਹਨ। ਇੱਕ ਵਾਰ ਬਚਾਏ ਤਾਂ ਹਮੇਸ਼ਾ ਲਈ ਹੀ ਬਚਾਏ ਗਏ ਹਾਂ। ਉਸ ਤਰ੍ਹਾਂ ਜੋੜਨਾ ਇਸ ਸਿੱਖਿਆ ਨੂੰ ਸੱਚਮੁੱਚ ਬਹੁਤ ਹੀ ਜਲਦੀ ਇੱਕ ਵਾਰ ਬਚਾਏ ਗਏ ਤਾਂ ਹਮੇਸ਼ਾ ਲਈ ਹੀ ਬਚਾਏ ਗਏ ਹਾਂ ਨਾਮਿਕ ਸਿਧਾਂਤ ਨਾਲ ਜੋੜਨਾ ਹੁੰਦਾ ਹੈ। ਮੈਂ ਇਹ ਜਾਣਿਆ ਹੈ ਕਿ ਕੁਝ ਲੋਕ ਇਹੋ ਜਿਹੇ ਹਨ ਜੋ ਸੱਚਮੁੱਚ ਉਸ ਨਾਲ ਜਦੋਂ ਜ਼ਾਹਿਰ ਕਰ ਚੁੱਕੇ ਹਨ ਜੋ ਬਾਈਬਲ ਬਾਣੀ ਦਾ ਇੱਕ ਖਾਸ ਭਾਗ ਸਿਖਾਉਂਦਾ ਹੈ। ਤਦ ਇੱਕ ਵਾਰ ਮੈਂ ਇੱਕ ਸੰਮੇਲਨ ਵਿੱਚ ਗਿਆ ਜਿੱਥੇ ਕਿ ਇੱਕ ਇਹੋ ਜਿਹਾ ਵਿਅਕਤੀ ਬੋਲ ਰਿਹਾ ਸੀ ਜੋ ਇਸ ਸਿੱਖਿਆ ਦੇ ਬਹੁਤ ਵਿਰੋਧ ਸੀ ਅਤੇ ਉਸ ਨੇ ਇਸ ਦਾ ਜ਼ਿਕਰ ਬੈਪਟਿਸਟ ਲੋਕਾਂ ਦੀ ਨਿੰਦਾ ਜੋ ਗਲਤ ਸਿੱਖਿਆ ਵਜੋਂ ਕੀਤਾ ਸੀ ਅਤੇ ਮੈਂ ਨਿਸ਼ਚਿਤ ਤੌਰ ਤੇ ਜਾਣਦਾ ਸੀ ਇਹ ਹੀ ਉਹ ਸਮੱਸਿਆ ਸੀ। ਹੁਣ ਇਹ ਸਵਾਲ ਹੈ ਕਿ ਉਸ ਵਿਅਕਤੀ ਨਾਲ ਵੀ ਵਾਪਰਦਾ ਹੈ ਜੋ ਇਹ ਪਾਪ ਕਰਦੇ ਹਨ। ਇਹ ਇੱਕ ਕਾਰਨ ਕਰਕੇ ਇੱਕ ਬਹੁਤ ਹੀ ਮਹੱਤਵਪੂਰਨ ਸਵਾਲ ਹੈ। ਅਸੀਂ ਸਾਰੇ ਹੀ ਪਾਪ ਕਰਦੇ ਹਾਂ। ਜੇਕਰ ਅਸੀਂ ਮਸੀਹੀ ਹਾਂ ਤਦ ਅਸੀਂ ਪਾਪ ਕਰਨਾ ਛੱਡ ਨਹੀਂ ਦਿੰਦੇ। ਸਾਡੀਆਂ ਜ਼ਿੰਦਗੀਆਂ ਵਿੱਚ ਅਸੀਂ ਅਜੇ ਵੀ ਪਾਪ ਦੀਆਂ ਸਮੱਸਿਆ ਦਾ ਸਾਹਮਣਾ ਕਰਦੇ ਅਤੇ ਸਾਡੇ ਲਈ ਇਹ ਜਾਣਨਾ ਬਹੁਤ ਹੀ ਮਹੱਤਵਪੂਰਨ ਹੈ ਕਿ ਪਰਮੇਸ਼ਰ ਨਾਲ ਸਾਡੇ ਸੰਬੰਧ ਨਾਲ ਕੀ ਬੀਤਦਾ ਹੈ। ਜਦੋਂ ਮੁਕਤੀ ਵਿੱਚ ਹੋ ਕੇ ਮਸੀਹ ਕੋਲ ਆ ਚੁੱਕਣ ਤੋਂ ਬਾਅਦ ਵੀ ਪਾਪ ਸਾਡੇ ਜੀਵਨਾਂ ਵਿੱਚ ਹੋਵੇ ਫਿਰ ਸਾਡੇ ਨਾਲ ਵੀ ਇਹ ਬੀਤਦਾ ਹੈ। ਹੁਣ ਸਾਡੇ ਕੁਝ ਕੁ ਦੋਸਤ ਸਾਨੂੰ ਦੱਸਦੇ ਹਨ ਕਿ ਜਦੋਂ ਅਸੀਂ ਪਾਪ ਕਰਦੇ ਹਾਂ ਤਦ ਇਹ ਉਸ ਉੱਤੇ ਨਿਰਭਰ ਕਰਦਾ ਹੈ ਕਿ ਇਹ ਪਾਪ ਹੈ ਕਿਹੋ ਜਿਹਾ। ਜੇਕਰ ਕੋਈ ਨਾਸ਼ਵਾਨ ਪਾਪ ਹੋਵੇ ਤਦ ਅਸੀਂ ਪਰਮੇਸ਼ਰ ਨਾਲ ਆਪਣੇ ਸੰਬੰਧ ਨੂੰ ਖੋ ਸਕਦੇ ਹਾਂ। ਮੇਰੇ ਦੁਆਰਾ ਨੋਟ ਕੀਤੀਆਂ ਗੱਲਾਂ ਵਿੱਚ ਇੱਕ ਵਿੱਚ ਇਸ ਤਰ੍ਹਾਂ ਆਖਿਆ ਗਿਆ ਹੈ, ਸਾਰੇ ਨਾਸ਼ਵਾਨ ਪਾਪ ਮਨੁੱਖ ਨੂੰ ਕ੍ਰੋਧ ਦੀ ਸੰਤਾਨ ਅਤੇ ਪਰਮੇਸ਼ਰ ਦੇ ਬੈਰੀ ਬਣਾ ਦਿੰਦੇ ਹਨ। ਇਹੋ ਹੀ ਹੈ ਜੋ ਉਹ ਵਿਸ਼ਵਾਸ ਕਰਦੇ ਹਨ। ਇਸ ਵਿੱਚ ਸਮੱਸਿਆ ਇਹ ਹੈ ਕਿ ਇਸ ਗੱਲ ਉੱਤੇ ਇੱਕ ਲੰਬੇ ਸਮੇਂ ਤੋਂ ਬਹਿਸ ਕੀਤੀ ਜਾ ਰਹੀ ਹੈ ਕਿ ਕਿਹੜੇ ਪਾਪ ਨਾਸ਼ਵਾਨ ਹਨ ਅਤੇ ਕਿਹੜੇ ਨਾਸ਼ਵਾਨ ਨਹੀਂ ਹਨ। ਅਸਲ ਵਿੱਚ ਕਾਉਂਸਿਲ ਆਫ ਟ੍ਰੈਂਟ ਸਭ ਇਸੇ ਬਾਰੇ ਵੀ ਜ਼ਿਕਰ ਕਰਦੇ ਹਨ। ਇਹ ਖੋਜਣ ਦੀ ਕੋਸ਼ਿਸ਼ ਕੀਤੀ ਗਈ ਸੀ ਕਿ ਕਿਹੜੇ ਪਾਪ ਨਾਸ਼ਵਾਨ ਪਾਪ ਹਨ ਅਤੇ ਇੱਥੋਂ ਤੱਕ ਕਿ ਅੱਜ ਵੀ ਇਸ ਬਾਰੇ ਸਵਾਲ ਪੁੱਛੇ ਜਾਂਦੇ ਹਨ। ਜੇਕਰ ਅਸੀਂ ਇਸ ਸਮੱਸਿਆ ਬਾਰੇ ਇਸ ਤਰ੍ਹਾਂ ਵਿਚਾਰ
ਵਟਾਂਦਰਾ ਕਰਦੇ ਹਾਂ। ਕੁਝ ਹੋਰ ਲੋਕ ਵੀ ਇਸੇ ਤਰ੍ਹਾਂ ਸੋਚਦੇ ਹਨ ਅਤੇ ਉਹਨਾਂ ਦਾ ਇਹ ਕਹਿਣਾ ਹੈ ਕਿ ਇੱਕ ਨਵਾਂ ਜਨਮ ਪਾਇਆ ਹੋਇਆ ਧਰਮੀ ਵਿਅਕਤੀ ਜੇਕਰ ਕਿਸੇ ਖਾਸ ਵਿਧੀ ਦੇ ਅਨੁਸਾਰ ਪਾਪ ਕਰਦਾ ਹੈ ਤਦ ਉਹ ਆਪਣੀ ਮੁਕਤੀ ਨੂੰ ਗਵਾ ਸਕਦਾ ਹੈ, ਅਤੇ ਜੇਕਰ ਉਹ ਇਸ ਤਰ੍ਹਾਂ ਕਰਦਾ ਹੈ ਤਦ ਉਹ ਇਹੋ ਹੀ ਸਿੱਧ ਕਰੇਗਾ ਕਿ ਉਹ ਨਾ ਚੁਣਿਆ ਹੋਇਆ ਵਿੱਚੋਂ ਇੱਕ ਸੀ। ਮੈਂ ਤਾਂ ਕਦੇ ਵੀ ਇਸ ਗੱਲ ਨੂੰ ਨਹੀਂ ਸਮਝ ਸਕਿਆ ਹਾਂ ਕਿ ਆਪ ਕਿਵੇਂ ਕਦੇ ਵੀ ਬਚਾਏ ਹੋ ਜਾ ਸਕਦੇ ਹੋ ਅਤੇ ਫਿਰ ਵੀ ਇੱਕ ਨਾ ਬਚਾਇਆ ਹੋ। ਪਰ ਕੁਝ ਹਨ ਜੋ ਇਹੋ ਜਿਹੀ ਸਿੱਖਿਆ ਦਿੰਦੇ ਹਨ। ਉਹ ਜੋ ਇਸ ਨਿੰਦਾਪੂਰਨ ਸਮਝੀ ਜਾਣ ਵਾਲੀ ਗਲਤ ਸਿੱਖਿਆ ਵਿੱਚ ਵਿਸ਼ਵਾਸ ਨਹੀਂ ਕਰਦੇ, ਉਹਨਾਂ ਦਾ ਆਮ ਰਵੱਈਆ ਇਹ ਹੈ ਕਿ ਇੱਕ ਵਿਅਕਤੀ ਲਈ ਇੱਕ ਸੰਭਵ ਇਹ ਹੈ ਕਿ ਮੁਕਤੀ ਪਾਵੇ ਅਤੇ ਫਿਰ ਜੇਕਰ ਉਹ ਇੱਕ ਖਾਸ ਮਾਰਗ ਉੱਤੇ ਚੱਲਦਾ ਹੈ ਤਦ ਉਹ ਉਸ ਮੁਕਤੀ ਨੂੰ ਗਵਾ ਲਵੇ। ਅਤੇ ਇਹ ਰਾਹ ਦੋ ਤਰ੍ਹਾਂ ਦਾ ਹੈ। ਪਹਿਲਾ ਇਹ ਹੈ, ਜੇਕਰ ਉਹ ਜਾਣ ਬੁੱਝ ਕੇ ਪਾਪ ਕਰਦਾ ਹੈ ਤਦ ਉਹ ਆਪਣੀ ਮੁਕਤੀ ਗਵਾ ਬੈਠੇਗਾ। ਨਿਸ਼ਚਿੰਤ ਤੌਰ ਤੇ ਅਸੀਂ ਫਿਰ ਇਸੇ ਹੀ ਸਮੱਸਿਆ ਵਿੱਚ ਦਾ ਸਾਹਮਣਾ ਕਰਦੇ ਹਾਂ ਕਿ ਕਿਹੜਾ ਪਾਪ ਜਾਣ ਬੁੱਝ ਕੇ ਕੀਤਾ ਜਾਣ ਵਾਲਾ ਪਾਪ ਹੈ ਅਤੇ ਕਿਹੜਾ ਨਹੀਂ ਹੈ। ਇਹ ਸੱਚ ਨਹੀਂ ਹੈ ਕਿ ਸਾਰਾ ਪਾਪ ਜਾਣ ਬੁੱਝ ਕੇ ਕੀਤੇ ਜਾਣ ਵਾਲਾ ਹੀ ਹੁੰਦੇ ਹਨ। ਜੇਕਰ ਆਪ ਠੀਕ ਇਸ ਦੀ ਜੜ ਤੱਕ ਜਾਓ, ਫਿਰ ਇਸ ਵੱਲੋਂ ਇਹਦੇ ਅੰਦਰ ਵੀ ਇੱਕ ਹੋਰ ਟੋਲੀ ਹੈ ਜੋ ਇਹ ਵਿਸ਼ਵਾਸ ਕਰਦੀ ਹੈ ਕਿ ਨਹੀਂ, ਜਾਣ ਬੁੱਝ ਕੇ ਕੀਤੇ ਜਾਣ ਵਾਲਾ ਪਾਪ ਆਪ ਨੂੰ ਮੁਕਤੀ ਤੋਂ ਬਾਹਰ ਨਹੀਂ ਕੱਢ ਦਿੰਦਾ, ਪਰ ਜੇਕਰ ਆਪ ਨੇਚਾ ਤੋਂ ਫਿਰ ਜਾਂਦੇ ਹੋ ਤਦ ਆਪ ਆਪਣੀ ਮੁਕਤੀ ਨੂੰ ਖੋ ਚੁੱਕੋਗੇ। ਅਤੇ ਜਦੋਂ ਉਹ ਨੇਚਾ ਤੋਂ ਫਿਰ ਜਾਣ ਦਾ ਜ਼ਿਕਰ ਕਰਦੇ ਹਨ ਤਦ ਉਹਨਾਂ ਦਾ ਕਹਿਣ ਦਾ ਭਾਵ ਇਹੋ ਹੀ ਹੁੰਦਾ ਹੈ ਕਿ ਆਪ ਆਪਣੀ ਨੇਚਾ ਤੋਂ ਪਿੱਛੇ ਹਟ ਜਾਂਦੇ ਹੋ। ਇਹਨਾਂ ਵਿੱਚੋਂ ਇੱਕ ਭਰਾ ਨੇ ਮੈਨੂੰ ਇੱਕ ਵਾਰ ਇਸ ਤਰ੍ਹਾਂ ਆਖਿਆ ਸੀ ਕਿ ਜੇਕਰ ਆਪ ਆਪਣੀ ਜ਼ਿੰਦਗੀ ਵਿੱਚ ਉਸ ਮੁਕਾਮ ਤੱਕ ਪਹੁੰਚ ਜਾਂਦੇ ਹੋ ਜਿੱਥੇ ਆਪ ਇਹ ਆਖਦੇ ਹੋ ਕਿ ਹੇ ਪਰਮੇਸ਼ਰ, ਹੁਣ ਅੱਗੇ ਨੂੰ ਮੈਂ ਨਹੀਂ ਚਾਹੁੰਦਾ ਕਿ ਆਪ ਮੇਰੀ ਜ਼ਿੰਦਗੀ ਵਿੱਚ ਦਖਲ ਦੇਵੋ। ਮੈਨੂੰ ਆਪ ਦੀ ਮੁਕਤੀ ਦੀ ਕੋਈ ਖਾਸ਼ ਨਹੀਂ ਹੈ, ਮੈਨੂੰ ਆਪ ਦੇ ਪਵਿੱਤਰ ਆਤਮਾ ਦੀ ਕੋਈ ਇੱਛਾ ਨਹੀਂ ਹੈ, ਮੈਂ ਆਪ ਦੇ ਪੁੱਤਰ ਪ੍ਰਭੂ ਯਿਸੂ ਦੀ ਖਾਹਿਸ਼ ਨਹੀਂ ਰੱਖਦਾ। ਮੇਰੀ ਜ਼ਿੰਦਗੀ ਵਿੱਚੋਂ ਬਾਹਰ ਹੋ ਜਾਓ, ਮੈਨੂੰ ਇਕੱਲਾ ਛੱਡ ਦਿਓ, ਮੈਂ ਤੇਰੇ ਨਾਲ ਬਹੁਤ ਨਿਪਟ ਚੁੱਕਾ ਹਾਂ। ਜੇਕਰ ਕੋਈ ਇਸ ਤਰ੍ਹਾਂ ਕਰਦਾ ਹੈ ਤਦ ਉਹ ਮੁਕਤੀ ਗਵਾ ਚੁੱਕਾ ਹੈ। ਸੱਚਮੁੱਚ ਬਾਈਬਲ ਦੀ ਇਸ ਵਿਚਾਰ ਨਾਲ ਵੀ ਇੱਕ ਸਮੱਸਿਆ ਹੈ, ਕਿਉਂਕਿ ਬਾਈਬਲ ਇਹ ਸਿਖਾਉਂਦੀ ਹੈ ਕਿ ਜੇਕਰ ਉਸ ਦਾ ਬੀਜ ਤੁਹਾਡੇ ਅੰਦਰ ਹੈ, ਪਾਓ ਪਰਮੇਸ਼ਰ ਦੇ ਆਤਮਾ ਦਾ ਬੀਜ ਤੁਹਾਡੇ ਆਪ ਦੇ ਇਸ ਤਰ੍ਹਾਂ ਨਹੀਂ ਕਰ ਸਕਦੇ। ਇਸ ਬਾਰੇ ਕੁਝ ਕੁ ਪਲਾਂ ਵਿੱਚ ਹੀ ਅਸੀਂ ਵਿਚਾਰ ਕਰਾਂਗੇ। ਹੁਣ ਬਾਈਬਲ ਬਾਣੀ ਦਾ ਇਹ ਭਾਗ ਨਵੇਂ ਨੇਮ ਵਿੱਚ ਵਿਸ਼ਵਾਸੀਆਂ ਦੀ ਸੁਰੱਖਿਆ ਨਾਲ ਸੰਬੰਧਿਤ ਸਿਧਾਂਤ ਦਾ ਮੁੱਖ ਭਾਗ ਹੈ, ਅਤੇ ਮੈਨੂੰ ਇਹ ਸਮਝਣ ਦੀ ਲੋੜ ਹੈ ਕਿ ਇਹ ਭਾਗ ਕੀ ਆਖਦਾ ਹੈ, ਅਤੇ ਇਸ ਕਰਕੇ ਅੱਜ ਮੈਂ ਇਸ ਨੂੰ ਆਪ ਨਾਲ 3 ਹਿੱਸਿਆਂ ਵਿੱਚ ਵੰਡ ਕੇ ਸਾਂਝਾ ਕਰਨਾ ਚਾਹੁੰਦਾ ਹਾਂ। ਪਹਿਲਾ ਹੈ ਅਬਦੀ ਜੀਵਨ ਦਾ ਵਾਅਦਾ, ਅਤੇ ਦੂਸਰਾ ਹੈ ਅਬਦੀ ਜੀਵਨ ਦੀ ਸੁਰੱਖਿਆ, ਅਤੇ ਤੀਸਰਾ ਹੈ ਅਬਦੀ ਜੀਵਨ ਦਾ ਸਬੂਤ। ਅਬਦੀ ਜੀਵਨ ਦਾ ਵਾਅਦਾ। ਸਭ ਤੋਂ ਪਹਿਲਾਂ ਮੇਰੇ ਨਾਲ ਗੌਰ ਕਰੋ ਅਬਦੀ ਜੀਵਨ ਦੇ ਵਾਅਦੇ ਬਾਰੇ। ਯਹੂਨਾ ਦੀ ਅੰਜੀਲ 10 ਅਧਿਆਇ 28 ਦੇ ਵਚਨ ਇਸ ਤਰ੍ਹਾਂ ਆਖਦੇ ਹਨ, ਇਹ ਯਿਸੂ ਜੀ ਆਖ ਰਹੇ ਹਨ, ਮੈਂ ਉਹਨਾਂ ਨੂੰ ਸੰਦੀਪਕ ਜੀਵਨ ਦਿੰਦਾ ਹਾਂ ਔਰ ਉਹਨਾਂ ਦਾ ਸੰਦੀਪਕ ਕਾਲ ਤੱਕ ਕਦੇ ਨਾਸ਼ ਨਾ ਹੋਵੇਗਾ, ਨਾ ਕੋਈ ਉਹਨਾਂ ਨੂੰ ਕੋਈ ਮੇਰੇ ਹੱਥੋਂ ਖੋਹ ਲਵੇਗਾ। ਹੁਣ ਆਪ ਬਾਈਬਲ ਬਾਣੀ ਦੇ ਇਸ ਭਾਗ ਵਿੱਚ ਗੌਰ ਕਰੋ ਕਿ ਜਦੋਂ ਪ੍ਰਭੂ ਯਿਸੂ ਜੀ ਇਸ ਸਿੱਖਿਆ ਬਾਰੇ ਕੁਝ ਆਖਦੇ ਹਨ ਤਦ ਉਹ ਇੱਕ ਵਾਰੀ ਹੀ ਇਹ ਨਹੀਂ ਆਖ ਦਿੰਦੇ, ਉਹ ਹਮੇਸ਼ਾ ਹੀ ਇਸ ਨੂੰ 2 ਵਾਰ ਆਖਦੇ ਹਨ। ਉਹ ਤਾਂ ਇਹ ਤਖਤੇ ਵਿੱਚ ਕਿਲ ਠੋਕੇ ਆਖਦੇ ਹਨ ਅਤੇ ਫਿਰ ਉਹ ਇਸ ਨੂੰ ਦੂਸਰੇ ਪਾਸਿਓਂ ਕੱਸ ਕੇ ਫੜਦਿਆਂ ਦੁਬਾਰਾ ਆਖਦੇ ਹਨ। ਉਸ ਬਾਰੇ ਗੌਰ ਕਰੋ ਜੋ ਮੈਂ ਆਖ ਰਿਹਾ ਹਾਂ, ਮੈਂ ਉਹਨਾਂ ਨੂੰ ਸੰਦੀਪਕ ਜੀਵਨ ਦਿੰਦਾ ਹਾਂ ਅਤੇ ਉਹਨਾਂ ਦਾ ਸੰਦੀਪਕ ਕਾਲ ਤੱਕ ਕਦੇ ਨਾਸ਼ ਨਾ ਹੋਵੇਗਾ। ਸੰਦੀਪਕ ਜੀਵਨ ਪਾਉਣਾ ਇੱਕ ਗੱਲ ਹੈ, ਪਰ ਹੋ ਸਕਦਾ ਹੈ ਕੋਈ ਆਖੇ, ਜੀ ਹਾਂ, ਜੇਕਰ ਮੇਰੇ ਕੋਲ ਸੰਦੀਪਕ ਜੀਵਨ ਹੈ ਤਦ ਕੀ ਇਹ ਸੰਭਵ ਹੈ ਕਿ ਉਹ ਸੰਦੀਪਕ ਜੀਵਨ ਕਦੇ ਵੀ ਮੇਥੋਂ ਖੋਇਆ ਜਾ ਸਕਦਾ ਹੈ? ਨਹੀਂ, ਪ੍ਰਭੂ ਆਖਦਾ ਹੈ ਜੇਕਰ ਤੁਹਾਡੇ ਕੋਲ ਸੰਦੀਪਕ ਜੀਵਨ ਹੈ ਤਾਂ ਤੁਸੀਂ ਕਦੇ ਨਾਸ਼ ਨਹੀਂ ਹੋਵੋਗੇ। ਜੀ ਹਾਂ, ਵਿਸ਼ਵਾਸੀ ਸੁਰੱਖਿਆ ਦੀ ਸਿੱਖਿਆ ਦਾ ਆਧਾਰ ਬਾਈਬਲ ਬਾਣੀ ਦੇ ਕਿਸੇ ਇੱਕ ਵਚਨ ਉੱਤੇ ਨਹੀਂ ਟਿਕਿਆ ਹੋਇਆ। ਕੁਝ ਕੁ ਲੋਕ ਹਨ ਜੋ ਇਹ ਆਖਦੇ ਹਨ ਕਿ ਅਸਲ ਵਿੱਚ ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਆਪ ਇਸ ਬਾਰੇ ਕੀ ਵਿਸ਼ਵਾਸ ਕਰਦੇ ਹੋ। ਮੇਰਾ ਭਾਵ ਹੈ ਕਿ ਕੁਝ ਲੋਕ ਇਹ ਵਿਸ਼ਵਾਸ ਕਰਦੇ ਹਨ ਕਿ ਇਹ ਤੁਹਾਡੇ ਕੋਲ ਹੈ ਅਤੇ ਕੁਝ ਲੋਕ ਇਹ ਵਿਸ਼ਵਾਸ ਕਰਦੇ ਹਨ ਕਿ ਆਪ ਕੋਲ ਇਹ ਨਹੀਂ ਹੈ, ਅਤੇ ਇਸ ਬਾਰੇ ਜ਼ਿਆਦਾ ਬਹਿਸ ਕਿਉਂ ਕੀਤੀ ਜਾਵੇ। ਪਿਤਾ ਦਾ ਵਚਨ। ਪਰ ਆਪ ਗੌਰ ਕਰੋ ਕਿ ਮੁੱਖ ਗੱਲ ਤਾਂ ਇਹ ਹੈ, ਜੇਕਰ ਅਸਲ ਵਿੱਚ ਪਰਮੇਸ਼ਰ ਦੀ ਬਾਣੀ ਵਿੱਚ ਇਸ ਨੂੰ ਸਿਖਾਇਆ ਗਿਆ ਹੈ ਤਾਂ ਸਾਡੇ ਲਈ ਇਸ ਉੱਤੇ ਵਿਸ਼ਵਾਸ ਕਰਨਾ ਇਹ ਸਾਨੂੰ ਇੱਕ ਬਹੁਤ ਹੀ ਭੈੜੀ ਹਾਲਤ ਵਿੱਚ ਬਹੁਤ ਬੇਵਿਸ਼ਵਾਸੀ ਹੋਣ ਵਿੱਚ ਲਿਆ ਖੜਾ ਕਰਦਾ ਹੈ, ਅਤੇ ਵਿਸ਼ਵਾਸੀਆਂ ਦੀ ਸੁਰੱਖਿਆ ਦਾ ਸਿਧਾਂਤ ਵਚਨ ਦੇ ਕਿਸੇ ਇੱਕ ਭਾਗ ਉੱਤੇ ਆਧਾਰਿਤ ਨਹੀਂ ਹੈ, ਪਰ ਇਹ ਤਾਂ ਪਰਮੇਸ਼ਰ ਦੀ ਬਾਣੀ ਦੀ ਸਮੁੱਚੀ ਪੂਰਨ ਸਚਾਈ ਉੱਤੇ ਆਧਾਰਿਤ ਹੈ। ਇਹ ਸਿਧਾਂਤ ਤਾਂ ਹਰ ਥਾਂ ਸਿਖਾਇਆ ਗਿਆ ਹੈ, ਭਾਵੇਂ ਇਹ
ਹਦਾਇਤ ਦੇ ਦੁਆਰਾ ਹੋਵੇ ਜਾਂ ਫਿਰ ਇਹ ਬਾਈਬਲ ਬਾਣੀ ਦੀ ਸਿੱਖਿਆ ਦੇ ਦੁਆਰਾ ਸਮਝਾਇਆ ਗਿਆ ਹੋਵੇ। ਮਿਸਾਲ ਵਜੋਂ ਰੋਮੀਓ ਦੀ ਪੱਤਰੀ 11 ਅਧਿਆਇ 29 ਦੇ ਵਚਨ ਪਰਮੇਸ਼ਰ ਦੇ ਵਚਨ ਦੇ ਉਚਾਰਨ ਕਰਦੇ ਹਨ ਅਤੇ ਇਹ ਭਾਗ ਦੱਸਦਾ ਹੈ ਕਿਉਂ ਜੋ ਪਰਮੇਸ਼ਰ ਦੀਆਂ ਦਾਤਾਂ ਅਤੇ ਸਦਾ ਅਟਲ ਹਨ। ਪੌ ਪਰਮੇਸ਼ਰ ਆਪਣੇ ਵਿਚਾਰ ਬਦਲਦਾ ਨਹੀਂ। ਪਹਿਲੀ ਕੁਰਿੰਥੀਆਂ ਦੀ ਪੱਤਰੀ ਪਹਿਲਾ ਅਧਿਆਇ 8-9 ਦਾ ਇਹ ਵਚਨ ਆਖਦੇ ਹਨ, ਕੌਣ ਮਸੀਹ ਉਹ ਤੁਹਾਨੂੰ ਅੰਤ ਤੱਕ ਕਾਇਮ ਹੀ ਰੱਖੇਗਾ। ਭਾਈ ਤੁਸੀਂ ਸਾਡੇ ਪ੍ਰਭੂ ਯਿਸੂ ਮਸੀਹ ਦੇ ਦਿਨ ਨਿਰਦੋਸ਼ ਹੋਵੋ। ਪਰਮੇਸ਼ਰ ਵਫਾਦਾਰ ਹੈ ਜਿਹਦੇ ਰਾਹੀਂ ਤੁਸੀਂ ਉਹਦੇ ਪੁੱਤਰ ਯਿਸੂ ਮਸੀਹ ਸਾਡੇ ਪ੍ਰਭੂ ਦੀ ਸੰਗਤ ਲਈ ਸੱਦੇ ਗਏ ਹੋ। ਆਪ ਗੌਰ ਕਰੋ, ਇੱਥੇ ਪਰਮੇਸ਼ਰ ਦੀ ਵਫਾਦਾਰੀ ਦੋ ਤੇ ਲੱਗੀ ਹੋਈ ਹੈ। ਮੈਨੂੰ ਬਾਈਬਲ ਬਾਣੀ ਦਾ ਇਹ ਭਾਗ ਪਸੰਦ ਹੈ। ਯਹੂਦਾ ਦੀ ਪੱਤਰੀ ਦੀ 24 ਐਤ ਆਖਦੀ ਹੈ, ਹੁਣ ਜਿਹੜਾ ਸਾਮਰਥ ਜੋ ਤੁਹਾਨੂੰ ਠੇਡੇ ਖਾਣ ਤੋਂ ਬਚਾ ਸਕਦਾ ਹੈ ਅਤੇ ਤੁਹਾਨੂੰ ਆਪਣੀ ਮਹਿਮਾ ਦੇ ਸਨਮੁਖ ਆਨੰਦ ਸਹਿਤ ਨਿਰਮਲ ਖੜਾ ਕਰ ਸਕਦਾ ਹੈ। ਪਹਿਲੀ ਪਤਰਸ ਦੀ ਪੱਤਰੀ ਪਹਿਲਾ ਅਧਿਆਇ 3-5 ਦੇ ਵਚਨ ਆਖਦੇ ਹਨ, ਮੁਬਾਰਕ ਹੈ ਸਾਡੇ ਪ੍ਰਭੂ ਯਿਸੂ ਦਾ ਪਰਮੇਸ਼ਰ ਅਤੇ ਪਿਤਾ, ਜਿਨੇ ਆਪਣੀ ਅਤ ਦਇਆ ਦੇ ਅਨੁਸਾਰ ਯਿਸੂ ਦੇ ਮੁਰਦਿਆਂ ਵਿੱਚੋਂ ਜੀ ਉੱਠਣ ਦੇ ਕਾਰਨ ਸਾਨੂੰ ਜੀਉਣ ਦੀ ਆਸ ਦੇ ਲਈ ਨਵੇਂ ਸਿਰਿਓਂ ਜਨਮ ਦਿੱਤਾ, ਅਰਥਾਤ ਉਸ ਅਬਿਨਾਸ਼ੀ ਨਿਰਮਲ ਅਤੇ ਨਾ ਕੁਮਲਾਉਣ ਵਾਲੇ ਅਧਿਕਾਰ ਲਈ ਜੋ ਸਵਰਗ ਵਿੱਚ ਤੁਹਾਡੇ ਲਈ ਧਰਿਆ ਹੋਇਆ ਹੈ, ਜਿਹੜਾ ਨੇਚਾ ਦੇ ਰਾਹੀਂ ਪਰਮੇਸ਼ਰ ਦੀ ਸਾਮਰਥ ਨਾਲ ਉਸ ਮੁਕਤੀ ਨੂੰ ਪ੍ਰਾਪਤ ਹੋਣ ਲਈ ਜੋ ਅੰਤ ਦੇ ਸਮੇਂ ਪ੍ਰਗਟ ਹੋਣ ਵਾਲੀ ਹੈ ਬਚਾਏ ਜਾਂਦੇ ਹਾਂ। ਕੀ ਆਪ ਜਾਣਦੇ ਹੋ ਜੋ ਕਿ ਪਤਰਸ ਨੇ ਆਖਿਆ ਸੀ ਕਿ ਪਰਮੇਸ਼ਰ 2 ਵਾਰ ਸੰਭਾਲਣ ਦੇ ਕਾਰਜ ਵਿੱਚ ਜੁਟਿਆ ਹੋਇਆ ਹੈ। ਉਹਨੇ ਤੁਹਾਡੇ ਲਈ ਸਵਰਗ ਵਿੱਚ ਉੱਪਰ ਫਲ ਰੱਖਦਾ ਹੈ ਅਤੇ ਉਹ ਤੁਹਾਨੂੰ ਉਸ ਫਲ ਤੱਕਣ ਤੁਹਾਡੇ ਪਹੁੰਚਣ ਤੱਕ ਸੰਭਾਲਦਾ ਹੈ। ਪਰਮੇਸ਼ਰ ਆਪਣੇ ਬਾਲਕਾਂ ਨੂੰ ਠੀਕ ਇਸੇ ਤਰ੍ਹਾਂ ਸੰਭਾਲਦਾ ਹੈ। ਹੁਣ ਇਹ ਸਾਰੇ ਵਾਅਦੇ ਜਿਨ੍ਹਾਂ ਨੂੰ ਮੈਂ ਤੁਹਾਡੇ ਲਈ ਪੜ੍ਹ ਚੁੱਕਾ ਹਾਂ ਉਹ ਇਸ ਸਿੱਖਿਆ ਦੇ ਮਹੱਤਵ ਦੇ ਸਬੂਤ ਹਨ ਜੋ ਕਿ ਪਿਤਾ ਦੇ ਵਚਨ ਉੱਤੇ ਆਧਾਰਿਤ ਹਨ। ਪਰਮੇਸ਼ਰ ਨੇ ਸਾਨੂੰ ਆਪਣੇ ਵਚਨ ਵਿੱਚ ਦੱਸਿਆ ਹੈ ਕਿ ਉਹ ਜਿਸ ਨੇ ਸਾਡੇ ਅੰਦਰ ਇੱਕ ਸ਼ੁਭ ਕਾਰਜ ਨੂੰ ਆਰੰਭ ਕੀਤਾ ਹੈ ਉਹ ਯਿਸੂ ਮਸੀਹ ਦੇ ਦਿਨ ਤੋੜੀ ਉਸ ਨੂੰ ਪੂਰਾ ਕਰੇਗਾ। ਇਹ ਪਰਮੇਸ਼ਰ ਦੀ ਬਾਣੀ ਹੈ, ਪਰ ਇਹ ਸਿੱਖਿਆ ਇਹ ਵਾਅਦਾ ਹੈ ਕਿ ਸਾਡੇ ਕੋਲ ਸੰਦੀਪਕ ਜੀਵਨ ਹੈ ਅਤੇ ਅਸੀਂ ਕਦੇ ਨਾਸ਼ ਨਹੀਂ ਹੋਵਾਂਗੇ। ਇਹ ਮਸੀਹ ਦੇ ਕਾਰਜ ਉੱਤੇ ਵੀ ਨਿਰਭਰ ਕਰਦਾ ਹੈ। ਮਸੀਹ ਦਾ ਕਾਰਜ ਇਬਰਾਨੀਆਂ ਦੀ ਪੁਸਤਕ ਪੁਰਾਣੇ ਨੇਮ ਦੀਆਂ ਬਾਈਬਲਾਂ ਦੀ ਕੰਮ ਦੀ ਤੁਲਨਾ ਵਿੱਚ ਮਸੀਹ ਦੇ ਕਾਰਜ ਦਾ ਵਰਣਨ ਕਰਦੀ ਹੈ। ਇਬਰਾਨੀ ਲੋਕ ਪੁਰਾਣੇ ਨੇਮ ਦੀਆਂ ਬਲੀਆਂ ਨੂੰ ਕਈ ਵਾਰ ਦੁਹਰਾਏ ਜਾਣ ਵਜੋਂ ਜਾਣਦੇ ਸਨ। ਹਰ ਵਾਰ ਜਦੋਂ ਵੀ ਕੋਈ ਪਾਪ ਕਰਦਾ ਸੀ ਉਹਨਾਂ ਨੂੰ ਜਾ ਕੇ ਇੱਕ ਹੋਰ ਬਲੀ ਚੜਾਉਣੀ ਪੈਂਦੀ ਸੀ, ਪਰ ਇਹ ਇਬਰਾਨੀਆਂ ਦੀ ਪੱਤਰੀ ਉਸ ਦਾ ਜ਼ਿਕਰ ਕਰਦੀ ਹੈ ਜੋ ਯਿਸੂ ਨੇ ਇਸ ਤੇ ਪਿੰਨ ਕੀਤਾ ਸੀ। ਅਤੇ ਇਬਰਾਨੀਆਂ ਦੀ ਪੱਤਰੀ ਦਾ ਲੇਖਕ ਸਾਨੂੰ ਦੱਸਦਾ ਹੈ ਕਿ ਪ੍ਰਭੂ ਯਿਸੂ ਮਸੀਹ ਦੀ ਬਲੀ ਹਮੇਸ਼ਾ ਵਾਸਤੇ ਇੱਕੋ ਹੀ ਵਾਰ ਚੜਾਈ ਗਈ ਹੈ। ਅਤੇ ਇਬਰਾਨੀਆਂ 10:14 ਵਿੱਚ ਇਹ ਇਸ ਦਾ ਜ਼ਿਕਰ ਇਸ ਤਰ੍ਹਾਂ ਕਰਦੀ ਹੈ, ਕਿਉਂ ਜੋ ਉਹਨੇ ਇੱਕੋ ਹੀ ਭੇਟ ਨਾਲ ਉਹਨਾਂ ਨੂੰ ਜਿਹੜੇ ਪਵਿੱਤਰ ਕੀਤੇ ਜਾਂਦੇ ਹਨ ਸਦਾ ਲਈ ਸੰਪੂਰਨ ਕੀਤਾ ਹੈ। ਆਪ ਗੌਰ ਕਰੋ, ਇਬਰਾਨੀਆਂ ਦੀ ਪੱਤਰੀ ਦਾ ਲੇਖਕ ਸਾਨੂੰ ਜੋ ਸਿਖਾ ਰਿਹਾ ਹੈ ਉਹ ਇਹ ਹੈ ਕਿ ਪੁਰਾਣੇ ਨੇਮ ਦੀਆਂ ਬਲੀਆਂ ਦੇ ਉਲਟ ਜੋ ਬਾਰ-ਬਾਰ ਚੜਾਈਆਂ ਜਾਂਦੀਆਂ ਸਨ, ਕਿਉਂਕਿ ਉਹ ਕਦੇ ਵੀ ਪਾਪ ਦੀ ਲਗਾਤਾਰ ਰਹਿਣ ਵਾਲੀ ਸਮੱਸਿਆ ਨਾਲ ਸੰਪੂਰਨ ਤੌਰ ਤੇ ਕਦੇ ਵੀ ਨਹੀਂ ਸੀ ਨਿਪਟ ਸਕੀਆਂ। ਜਦੋਂ ਯਿਸੂ ਸਲੀਬ ਉੱਤੇ ਮੋਇਆ ਸੀ ਉਹ ਇੱਕੋ ਹੀ ਵਾਰ ਮੋਇਆ ਅਤੇ ਉਸ ਦੀ ਬਲੀ ਹਮੇਸ਼ਾ ਲਈ ਉਹਨਾਂ ਨੂੰ ਸੰਪੂਰਨ ਕਰਦੀ ਹੈ ਜੋ ਨੇਚਾ ਵਿੱਚ ਹੋ ਕੇ ਮਸੀਹ ਕੋਲ ਆਉਂਦੇ ਹਨ। ਇਹ ਆਖਣਾ ਕਿ ਜੋ ਯਿਸੂ ਜੀ ਨੇ ਮੇਰੇ ਲਈ ਉਦੋਂ ਕੀਤਾ ਸੀ ਜਦੋਂ ਉਹ ਸਲੀਬ ਉੱਤੇ ਮੋਏ ਸਨ ਅਤੇ ਜਦੋਂ ਮੈਂ ਆਪਣਾ ਵਿਸ਼ਵਾਸ ਉਸ ਉੱਤੇ ਕੀਤਾ ਸੀ ਉਹ ਜੀਵਨ ਭਰ ਕਾਇਮ ਰਹਿਣ ਵਾਲੀ ਕਾਫੀ ਨਹੀਂ ਸੀ। ਮੈਂ ਇਸ ਦਾ ਮੇਰੇ ਉੱਤੇ ਕੋਈ ਅਸਰ ਨਹੀਂ, ਪਰ ਇਸ ਦਾ ਯਿਸੂ ਮਸੀਹ ਉੱਤੇ ਜ਼ਰੂਰ ਹੈ, ਕਿਉਂਕਿ ਮੁਕਤੀ ਦਾ ਕਾਰਜ ਉਸ ਉੱਤੇ ਨਿਰਭਰ ਕਰਦਾ ਹੈ ਨਾ ਕਿ ਮੇਰੇ ਉੱਤੇ। ਮੈਂ ਹੁਣ ਆਪਣੇ ਆਪ ਨੂੰ ਬਿਲਕੁਲ ਉਸੇ ਤਰ੍ਹਾਂ ਬਚਾਈ ਨਹੀਂ ਰੱਖ ਸਕਦਾ ਜਿਸ ਤਰ੍ਹਾਂ ਮੈਂ ਪਹਿਲਾਂ ਆਪਣੇ ਆਪ ਨੂੰ ਨਹੀਂ ਸੀ ਬਚਾ ਸਕਿਆ। ਪਰਮੇਸ਼ਰ ਨਾਲ ਆਪਣਾ ਸੰਬੰਧ ਕਾਇਮ ਰੱਖਣ ਲਈ ਮੈਨੂੰ ਸੰਭਾਲਣ ਵਾਲੀ ਸ਼ਕਤੀ ਮੇਰੇ ਕੋਲ ਨਹੀਂ ਹੈ। ਇਹ ਪਰਮੇਸ਼ਰ ਨਹੀਂ ਹੈ, ਉਹੀ ਹੈ ਮੈਨੂੰ ਸੰਭਾਲਦਾ ਹੈ। ਇਸ ਤਰ੍ਹਾਂ ਉਸੇ ਦੀ ਮੁਕਤੀ ਹੈ, ਇਹ ਉਸੇ ਦੀ ਸੁਰੱਖਿਆ ਹੈ, ਮੈਂ ਤਾਂ ਇਸ ਦਾ ਲਾਭ ਉਠਾਉਣ ਵਾਲਾ ਹਾਂ। ਪਵਿੱਤਰ ਆਤਮਾ ਦੀ ਅਗਵਾਈ ਸੱਚਮੁੱਚ ਇਹ ਪਵਿੱਤਰ ਆਤਮਾ ਦੀ ਸਚਾਈ ਉੱਤੇ ਵੀ ਨਿਰਭਰ ਹੈ। ਪਿਤਾ ਦਾ ਵਚਨ ਅਤੇ ਮਸੀਹ ਦਾ ਕਾਰਜ ਅਤੇ ਪਵਿੱਤਰ ਆਤਮਾ ਦੀ ਗਵਾਹੀ ਸਾਨੂੰ ਇਹ ਸਿਖਾਉਂਦੀ ਹੈ ਕਿ ਅਸੀਂ ਮਸੀਹ ਵਿੱਚ ਸੁਰੱਖਿਅਤ ਹਾਂ। ਕੀ ਆਪ ਜਾਣਦੇ ਹੋ ਕਿ ਜਦੋਂ ਅਸੀਂ ਬਚਾਏ ਜਾਂਦੇ ਹਾਂ ਤਦ ਬਾਈਬਲ ਸਾਡੇ ਬਾਰੇ ਕੀ ਆਖਦੀ ਹੈ? ਬਾਈਬਲ ਆਖਦੀ ਹੈ ਕਿ ਪਵਿੱਤਰ ਆਤਮਾ ਸਾਡੀ ਮੁਕਤੀ ਦੀ ਮੋਹਰ ਬਣ ਜਾਂਦਾ ਹੈ। ਆਪ ਇਸ ਨੂੰ ਇਫਸੀਆਂ 1:13 ਵਚਨ ਵਿੱਚ ਪਾਓਗੇ। ਉਸ ਵਿੱਚ ਜਿਸ ਵੇਲੇ ਤੁਸਾਂ ਸਚਾਈ ਦਾ ਵਚਨ ਅਰਥਾਤ ਆਪਣੀ ਮੁਕਤੀ ਦੀ ਖੁਸ਼ਖਬਰੀ ਸੁਣੀ ਅਤੇ ਉਸ ਵਿੱਚ ਨੇਚਾ ਵੀ ਕੀਤੀ ਤਾਂ ਵਾਅਦੇ ਦੇ ਪਵਿੱਤਰ ਆਤਮਾ ਨਾਲ ਤੁਹਾਡੇ ਉੱਤੇ ਮੋਹਰ ਵੀ ਲੱਗੀ। ਕੀ ਆਪ ਜਾਣਦੇ ਹੋ ਕਿ ਇਹ ਇਸ ਦਾ ਕੀ ਅਰਥ ਹੁੰਦਾ ਹੈ? ਬਾਈਬਲ ਦੇ ਲਿਖੇ ਜਾਣ ਵਕਤ ਜਦੋਂ ਕੋਈ ਵਿਅਕਤੀ ਕਿਸੇ ਹੋਰ ਇਲਾਕੇ ਦੇ ਕਿਸੇ ਵਿਅਕਤੀ ਨੂੰ ਕੋਈ
ਪੱਤਰ ਲਿਖਦਾ ਹੁੰਦਾ ਸੀ ਤਦ ਉਹ ਉਸ ਖੱਤ ਨੂੰ ਲੈ ਕੇ ਇੱਕ ਲਪੇਟੇ ਕਾਗਜ਼ ਦੇ ਰੂਪ ਵਿੱਚ ਉਸ ਨੂੰ ਇਕੱਠਾ ਕਰਕੇ ਰੱਖ ਦਿੰਦਾ ਸੀ। ਫਿਰ ਉਹ ਉਸ ਖੱਤ ਦੇ ਅਤੇ ਲਪੇਟੀ ਚੀਜ਼ ਦੇ ਸਿਰੇ ਉੱਤੇ ਮੋਮ ਲਗਾ ਕੇ ਉਸ ਉੱਤੇ ਆਪਣੇ ਇਖਤਿਆਰ ਦੀ ਅੰਗੂਠੀ ਗਰਮ ਮੋਮ ਉੱਤੇ ਲਗਾਉਂਦਾ ਸੀ, ਤਾਂ ਕਿ ਜੇਕਰ ਕੋਈ ਵਿਅਕਤੀ ਉਸ ਖੱਤ ਨੂੰ ਖੋਲੇ ਜਿਸ ਨੂੰ ਇਹ ਨਹੀਂ ਸੀ ਖੋਲਣਾ ਚਾਹੀਦਾ, ਤਦ ਆਪ ਜਾਣ ਸਕਦੇ ਹੋ ਕਿ ਮੋਹਰ ਤੋੜੀ ਗਈ ਸੀ ਅਤੇ ਆਪ ਜਾਣ ਸਕਦੇ ਹੋ ਕਿ ਉਸ ਲਿਖਤ ਦੇ ਗੁਪਤ ਰਹਿਣ ਦੀ ਵਿਸ਼ਵਾਸਯੋਗਤਾ ਨੂੰ ਭੰਗ ਕੀਤਾ। ਅਤੇ ਪਰਮੇਸ਼ਰ ਨੇ ਇਹ ਆਖਿਆ ਸੀ ਕਿ ਜਦੋਂ ਅਸੀਂ ਬਚਾਏ ਗਏ ਸੀ ਤਦ ਪਵਿੱਤਰ ਆਤਮਾ ਸਾਡੇ ਜੀਵਨਾਂ ਉੱਤੇ ਮੋਹਰ ਸੀ। ਉਹ ਇਸ ਦੀ ਗਰੰਟੀ ਬਣ ਗਿਆ ਸੀ ਕਿ ਕੋਈ ਤਾਂ ਸਾਡੇ ਨਾਲ ਖਲਬੜ ਨਹੀਂ ਕਰ ਸਕਦਾ ਜਦੋਂ ਤੱਕ ਆਪਣੀ ਮੰਜ਼ਿਲ ਤੇ ਨਾ ਪਹੁੰਚ ਜਾਈਏ। ਅਸੀਂ ਉਸ ਦੇ ਹਾਂ। ਬਾਈਬਲ ਸਾਨੂੰ ਇਹ ਵੀ ਦੱਸਦੀ ਹੈ ਕਿ ਜਦੋਂ ਅਸੀਂ ਬਚਾਏ ਗਏ ਸੀ ਤਦ ਪਵਿੱਤਰ ਆਤਮਾ ਸਾਡੇ ਜੀਵਨਾਂ ਉੱਤੇ ਮੋਹਰ ਸੀ। ਉਹ ਇਸ ਦੀ ਗਰੰਟੀ ਬਣ ਗਿਆ ਸੀ ਕਿ ਕੋਈ ਵੀ ਸਾਡੇ ਨਾਲ ਖਲਬੜ ਨਹੀਂ ਕਰ ਸਕਦਾ ਜਦੋਂ ਤੱਕ ਆਪਣੀ ਮੰਜ਼ਿਲ ਤੇ ਨਾ ਅਸੀਂ ਪਹੁੰਚ ਜਾਈਏ। ਅਸੀਂ ਉਸੇ ਦੇ ਹਾਂ। ਬਾਈਬਲ ਸਾਨੂੰ ਇਹ ਵੀ ਦੱਸਦੀ ਹੈ ਕਿ ਜਦੋਂ ਅਸੀਂ ਬਚਾਏ ਗਏ ਹਾਂ ਤਦ ਪਵਿੱਤਰ ਆਤਮਾ ਸਾਡੇ ਵਿਸਤਾਰ ਦਾ ਬਿਆਨਾ ਹੈ। ਇਸ ਦਾ ਅਰਥ ਇਹ ਹੁੰਦਾ ਹੈ ਕਿ ਉਹਦੀ ਸਾਈਂ ਹੈ ਜੋ ਪਰਮੇਸ਼ਰ ਅੰਤ ਨੂੰ ਕਰਨ ਜਾ ਰਿਹਾ ਹੈ। ਹੁਣ ਜੋ ਪਰਮੇਸ਼ਰ ਹੈ ਉਹ ਇੱਕ ਨੇਕ ਕਾਰੋਬਾਰ ਕਰਨ ਵਾਲਾ ਹੈ ਅਤੇ ਉਹ ਇਹੋ ਹੈ ਜੋ ਚੀਜ਼ਾਂ ਸਾਡੇ ਲਈ ਸਾਈ ਨਹੀਂ ਦਿੰਦੀਆਂ ਜਿਨ੍ਹਾਂ ਨੂੰ ਛਡਾਉਣ ਦਾ ਇਰਾਦਾ ਉਹਨਾਂ ਰੱਖਦਾ ਹੋਵੇ। ਪਵਿੱਤਰ ਆਤਮਾ ਇਸ ਦੀ ਨਿਸ਼ਚਿੰਤਾ ਹੈ ਕਿ ਅਸੀਂ ਉਸੇ ਦੇ ਹਾਂ। ਹੇ ਮਨੁੱਖੋ ਅਤੇ ਔਰਤੋ, ਹੁਣ ਇਸ ਗੱਲ ਉੱਤੇ ਗੌਰ ਕਰੋ ਕਿ ਉਹ ਮਹੱਤਵਪੂਰਨ ਗੱਲ ਜਿਸ ਨੂੰ ਸਾਨੂੰ ਸਮਝਣ ਦੀ ਜ਼ਰੂਰਤ ਹੈ ਉਹ ਇਹ ਹੈ ਕਿ ਸਾਡੀ ਮੁਕਤੀ ਸਾਡੇ ਉੱਤੇ ਆਧਾਰਿਤ ਨਹੀਂ ਹੈ। ਕੁਝ ਲੋਕ ਇਹ ਵਿਸ਼ਵਾਸ ਕਰਦੇ ਹਨ ਕਿ ਪਰਮੇਸ਼ਰ ਸਾਨੂੰ ਬਚਾ ਕੇ ਫਿਰ ਸਾਨੂੰ ਇੱਕ ਮੁਰੰਮਤ ਕਰਨ ਦੀ ਪ੍ਰਕਿਰਿਆ ਲਈ ਰੱਖ ਲੈਂਦਾ ਹੈ ਅਤੇ ਅਸੀਂ ਆਪਣੇ ਆਪ ਉੱਤੇ ਹੀ ਨਿਰਭਰ ਹੁੰਦੇ ਹਾਂ। ਇਹ ਪਰਮੇਸ਼ਰ ਸਾਡੀ ਮਦਦ ਕਰ ਕਿ ਇਹ ਭਿਆਨਕ ਨਹੀਂ ਹੋਵੇਗਾ। ਸਾਡੇ ਵਿੱਚੋਂ ਕੋਈ ਵੀ ਕਦੇ ਵੀ ਇਸ ਵਿੱਚ ਸਫਲ ਨਹੀਂ ਹੋਵੇਗਾ। ਜੇਕਰ ਮੁਕਤੀ ਸਾਡੇ ਉੱਤੇ ਨਿਰਭਰ ਹੁੰਦੀ ਤਦ ਮੈਂ ਸਮਝ ਸਕਦਾ ਹਾਂ ਕਿ ਇਸ ਨੂੰ ਕਿਵੇਂ ਰੋਕਿਆ ਜਾ ਸਕਦਾ ਸੀ। ਪਰ ਬਾਈਬਲ ਸਾਨੂੰ ਦੱਸਦੀ ਹੈ ਕਿ ਸਾਡੇ ਕੋਲ ਹਮੇਸ਼ਾ ਦਾ ਜੀਵਨ ਅਬਦੀ ਜੀਵਨ ਹੈ ਅਤੇ ਜੇਕਰ ਇਸ ਨੂੰ ਰੋਕਿਆ ਜਾ ਸਕਦਾ ਹੈ ਤਦ ਇਹ ਅਬਦੀ ਨਹੀਂ ਹੈ। ਕੀ ਆਪ ਜਾਣਦੇ ਹੋ ਕਿ ਯਹੂਨਾ ਦੀ ਅੰਜੀਲ ਵਿੱਚ 43 ਵਾਰ ਸਾਨੂੰ ਇਹ ਦੱਸਿਆ ਗਿਆ ਹੈ ਕਿ ਉਹ ਜੀਵਨ ਜੋ ਮੇਰੇ ਅਤੇ ਆਪ ਦੇ ਕੋਲ ਹੈ ਉਹ ਅਬਦੀ ਜੀਵਨ ਹੈ। ਪੁਰਾਣੇ ਪਵਿੱਤਰਤਾਈ ਲੋਕਾਂ ਵਿੱਚ ਇੱਕ ਰੀਤ ਹੁੰਦੀ ਸੀ, ਜਦੋਂ ਉਹਨਾਂ ਵਿੱਚ ਕੋਈ ਮਰ ਜਾਂਦਾ ਸੀ ਤਦ ਉਹ ਕਬਰਸਤਾਨ ਵਿੱਚ ਜਾ ਕੇ ਇੱਕ ਕਬਰ ਉੱਤੇ ਲਗਾਉਣ ਵਾਲੇ ਪੱਥਰ ਬਣਾਉਂਦੇ ਸਨ ਅਤੇ ਉਸ ਪੱਥਰ ਉੱਤੇ ਇਹ ਲਿਖਿਆ ਹੁੰਦਾ ਸੀ ਬੌਨ ਭਾਵ ਜੰਮਿਆ ਹੋਇਆ, ਅਤੇ ਫਿਰ ਉਹ ਉਸ ਦੇ ਹੇਠਾਂ ਤਰੀਕ ਲਿਖਦੇ ਸਨ ਅਤੇ ਫਿਰ ਇਸ ਦੇ ਹੇਠਾਂ ਉਹ ਲਿਖਦੇ ਸਨ ਅਬਦੀ ਜੀਵਨ ਵਿੱਚ ਦਾਖਲ ਹੋਇਆ ਅਤੇ ਫਿਰ ਉਸ ਦੇ ਮਰਨ ਦੀ ਤਾਰੀਖ ਲਿਖਦੇ ਸਨ। ਹੁਣ ਇਹ ਇੱਕ ਕਬਰ ਦੇ ਪੱਥਰ ਲਈ ਤਾਂ ਅੱਛੀ ਲਿਖਤ ਸੀ, ਪਰ ਪਰਮੇਸ਼ਰ ਦੀ ਬਾਣੀ ਦੀ ਸਿੱਖਿਆ ਦੇ ਅਨੁਸਾਰ ਗਲਤ ਸੀ। ਮੈਂ ਆਪ ਨੂੰ ਦੇਵਾਂ ਕਿ ਇਸ ਤਰ੍ਹਾਂ ਕਿਉਂ ਹੈ। ਮੈਂ ਆਪ ਨੂੰ ਦੱਸ ਦੇਵਾਂ ਕਿ ਇਸ ਤਰ੍ਹਾਂ ਕਿਉਂ ਹੈ। ਆਪ ਅਬਦੀ ਜੀਵਨ ਵਿੱਚ ਕਦੋਂ ਦਾਖਲ ਹੋਏ ਸੀ? ਉਸ ਪਲ ਜਦੋਂ ਆਪ ਨੇ ਨੇਚਾ ਕੀਤੀ ਸੀ। ਠੀਕ ਉਹੀ ਬਾਈਬਲ ਸਿਖਾਉਂਦੀ ਹੈ। ਬਾਈਬਲ ਆਖਦੀ ਹੈ ਕਿ ਜਦੋਂ ਆਪ ਮਸੀਹ ਨੂੰ ਕਬੂਲ ਕਰ ਲੈਂਦੇ ਹੋ ਤਦ ਆਪ ਮੌਤ ਤੋਂ ਪਾਰ ਲੰਘ ਕੇ ਜੀਵਨ ਵਿੱਚ ਦਾਖਲ ਹੋ ਜਾਂਦੇ ਹੋ। ਇਹ ਕੁਝ ਇਸ ਤਰ੍ਹਾਂ ਨਹੀਂ ਕਿ ਆਪ ਉੱਥੇ ਪਹੁੰਚ ਗਏ ਹੋ ਅਤੇ ਅੰਤ ਵਿੱਚ ਜਦੋਂ ਆਪ ਮਰਦੇ ਹੋ ਤਦ ਇਹ ਤੁਹਾਨੂੰ ਪ੍ਰਾਪਤ ਹੁੰਦਾ ਹੈ। ਠੀਕ ਜਿਸ ਪਲ ਆਪ ਨੇ ਵਿਸ਼ਵਾਸ ਕੀਤਾ ਸੀ ਆਪ ਅਬਦੀ ਕਾਲ ਲਈ ਪਰਮੇਸ਼ਰ ਨਾਲ ਜੁੜ ਗਏ ਸੀ ਅਤੇ ਜੋ ਕੁਝ ਉਸ ਦੇ ਵਿਚਕਾਰ ਵਾਪਰਿਆ ਜਦੋਂ ਆਪ ਬਚਾਏ ਗਏ ਸੀ ਅਤੇ ਆਪ ਅੰਤ ਨੂੰ ਪਰਮੇਸ਼ਰ ਦੇ ਹਜ਼ੂਰ ਖੜੇ ਹੁੰਦੇ ਹੋ, ਉਹ ਅਬਦੀ ਜੀਵਨ ਨੂੰ ਪ੍ਰਭਾਵਿਤ ਕਰਦਾ ਹੈ। ਤਦੀ ਜੇਕਰ ਅਬਦੀ ਜੀਵਨ ਵਿੱਚ ਰੁਕਾਵਟ ਪਾਈ ਜਾ ਸਕਦੀ ਹੈ ਤਦ ਇਹ ਅਬਦੀ ਜੀਵਨ ਨਹੀਂ ਹੈ। ਬਾਈਬਲ ਬਾਣੀ ਦੀ ਗਵਾਹੀ ਸਪਸ਼ਟ ਹੈ ਕਿ ਜਦੋਂ ਅਸੀਂ ਯਿਸੂ ਮਸੀਹ ਨੂੰ ਮੁਕਤੀ ਦਾਤੇ ਵਜੋਂ ਕਬੂਲ ਕੀਤਾ ਸੀ ਤਦ ਉਸ ਨੇ ਸਾਨੂੰ ਕੁਝ ਦਿੱਤਾ ਸੀ ਜੋ ਹਮੇਸ਼ਾ ਵਾਸਤੇ ਕਾਇਮ ਰਹਿੰਦਾ ਹੈ। ਸਾਡਾ ਜੀਵਨ ਉਸ ਵਿੱਚ ਹੈ ਅਤੇ ਉਹ ਅਬਦੀ ਹੈ। ਹੁਣ ਇਹ ਅਬਦੀ ਜੀਵਨ ਦਾ ਵਾਅਦਾ ਹੈ। ਕੋਈ ਆ ਕੇ ਆਖ ਸਕਦਾ ਹੈ ਠੀਕ ਹੈ, ਹਾਂ, ਪਰ ਮੈਂ ਤਾਂ ਅਜੇ ਵੀ ਇਸ ਉੱਤੇ ਵਿਸ਼ਵਾਸ ਨਹੀਂ ਕਰਦਾ। ਮੈਂ ਆਪ ਨੂੰ ਸੋਚਣ ਲਈ ਇੱਕ ਹੋਰ ਗੱਲ ਦੱਸ ਦੇਵਾਂ ਕਿ ਆਪ ਜਾਣਦੇ ਹੋ ਕਿ ਕਿਸੇ ਨੇ ਸਾਰੀ ਬਾਈਬਲ ਵਿੱਚੋਂ ਇਹ ਗਿਣਤੀ ਕੀਤੀ ਹੈ ਕਿ ਠੀਕ ਜਿਸ ਪਲ ਅਸੀਂ ਵਿਸ਼ਵਾਸ ਕਰ ਲੈਂਦੇ ਹਾਂ ਤਾਂ ਸਾਡੇ ਨਾਲ ਕਿੰਨੀਆਂ ਚੀਜ਼ਾਂ ਵਾਪਰਦੀਆਂ ਹਨ। ਕੀ ਆਪ ਜਾਣਦੇ ਹੋ ਕਿ ਉਹ ਕਿੰਨੀਆਂ ਹਨ? ਜੀ ਹਾਂ, ਇਸ ਦੀ ਗਿਣਤੀ ਅਨੁਸਾਰ ਠੀਕ ਜਿਸ ਪਲ ਆਪ ਬਚਾਏ ਜਾਂਦੇ ਹੋ ਤਦ 39 ਭਿੰਨ ਚੀਜ਼ਾਂ ਵਾਪਰਦੀਆਂ ਹਨ। 39 ਚੀਜ਼ਾਂ ਆਪ ਦਾ ਮਨ ਫਿਰਾਉਂਦੀਆਂ ਹਨ। ਦੇਹ ਵਿੱਚ ਬਪਤਿਸਮਾ ਹੋ ਜਾਂਦਾ ਹੈ, ਨਵਾਂ ਜਨਮ ਹੋ ਜਾਂਦਾ ਹੈ, ਨਵੇਂ ਸਿਰਿਓਂ ਜਨਮ ਹੁੰਦਾ ਹੈ, ਮਸੀਹ ਨਾਲ ਮਿਲਾਏ ਜਾਂਦੇ ਹਾਂ, ਸ਼ੁੱਧ ਕੀਤੇ ਗਏ ਹਾਂ, ਗੋਦ ਲੈ ਗਏ ਹਾਂ, ਛੁਡਾਏ ਗਏ ਹਾਂ, ਪ੍ਰਸਿੱਧ ਕੀਤੇ ਗਏ ਹਾਂ, ਮਾਫ ਕੀਤੇ ਗਏ ਹਾਂ ਅਤੇ ਮੈਂ ਇਸ ਦੇ ਨਾਲ ਹੋਰ ਬਹੁਤ ਕੁਝ ਜੋੜ ਸਕਦਾ ਹਾਂ। ਕੀ ਆਪ ਜਾਣਦੇ ਹੋ ਕਿ ਜੇਕਰ ਆਪ ਆਪਣੀ ਮੁਕਤੀ ਗਵਾ ਬੈਠੇ ਹੋ
ਤਦ ਕੀ ਵਾਪਰਦਾ ਹੈ? ਆਪ ਨੂੰ ਉਸ ਸਭ ਤੋਂ ਹੱਥ ਧੋਣਾ ਪੈਂਦਾ ਹੈ। ਆਪ ਨੂੰ ਪਾਏ ਜਾਣ ਜਨਮ ਤੋਂ ਮੁੱਕਰਨਾ ਪੈਂਦਾ ਹੈ। ਅਸ਼ੁੱਧ, ਨਾਮ ਮਾਫ ਕੀਤੇ ਗਏ, ਨਾ ਮਨ ਫਿਰਾਏ ਹੋਏ, ਨਾ ਜਨਮੇ ਹੋਏ ਅਤੇ ਹੋਰ ਸਭ ਕੁਝ ਤੋਂ ਵੱਧ ਕੇ ਹੋਣਾ ਪੈਂਦਾ ਹੈ। ਆਪ ਜਾਣਦੇ ਹੋ ਕਿ ਜਦੋਂ ਆਪ ਇਹ ਸਭ ਨੂੰ ਪਰਮੇਸ਼ਰ ਦੇ ਚਰਿੱਤਰ ਦੇ ਨਾਲ ਜੋੜਦੇ ਹੋ, ਜਿਸ ਨੂੰ ਬਾਈਬਲ ਵਿੱਚ ਪ੍ਰਗਟ ਕੀਤਾ ਗਿਆ ਹੈ, ਆਪ ਜਾਣਦੇ ਹੋ ਕਿ ਇਹ ਸੰਭਵ ਨਹੀਂ ਹੋ ਸਕਦਾ। ਜੋ ਕੁਝ ਵੀ ਪਰਮੇਸ਼ਰ ਕਰਦਾ ਹੈ ਉਹ ਸੰਪੂਰਨ ਤੌਰ ਤੇ ਹੀ ਕਰਦਾ ਹੈ ਅਤੇ ਉਸ ਦੀ ਮੁਕਤੀ ਨੂੰ ਖੋਇਆ ਨਹੀਂ ਜਾ ਸਕਦਾ। ਧੰਨਵਾਦ ਦੋਸਤੋ ਕਿ ਤੁਸੀਂ ਸਾਡੇ ਨਾਲ ਅੱਜ ਇਸ ਪ੍ਰੋਗਰਾਮ ਦੇ ਵਿੱਚ ਅਖੀਰ ਤੱਕ ਜੁੜੇ ਰਹੇ। ਅੱਜ ਅਸੀਂ ਪਰਮੇਸ਼ਰ ਦੀ ਦਇਆ ਬਾਰੇ ਗੱਲਬਾਤ ਕਰ ਰਹੇ ਸੀ। ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਸਦੀਪਕ ਜੀਵਨ ਬਾਰੇ ਸਿੱਖਿਆ। ਹਵਾਲੇ ਦੇ ਰੂਪ ਵਿੱਚ ਅਸੀਂ ਬਾਈਬਲ ਦੇ ਵਿੱਚੋਂ ਯਹੂਨਾ ਦੀ ਅੰਜੀਲ ਉਸਦੇ 10 ਅਧਿਆਏ ਦੀ 22 ਤੋਂ ਲੈ ਕੇ 30 ਆਇਤਾਂ ਦੇ ਵਚਨਾਂ ਨੂੰ ਵੇਖਿਆ। ਅਸੀਂ ਸਦੀਪਕ ਜੀਵਨ ਦੀਆਂ 3 ਗੱਲਾਂ ਨੂੰ ਵਿਸਥਾਰ ਨਾਲ ਸਮਝਿਆ। ਉਹ ਸੀ ਸਦੀਪਕ ਜੀਵਨ ਦਾ ਵਾਅਦਾ, ਸਦੀਪਕ ਜੀਵਨ ਦੀ ਰੱਖਿਆ ਅਤੇ ਸਦੀਪਕ ਜੀਵਨ ਦਾ ਸਬੂਤ। ਸਦੀਪਕ ਜੀਵਨ ਨੂੰ ਸਮਝਣ ਦੇ ਲਈ ਅਸੀਂ ਇੱਕ ਮਹੱਤਵਪੂਰਨ ਸਵਾਲ ਦੇ ਉੱਤੇ ਗੌਰ ਕੀਤਾ ਸੀ। ਉਹ ਸਵਾਲ ਹੈ, ਜੇਕਰ ਕੋਈ ਵਿਸ਼ਵਾਸੀ ਮਨੁੱਖ ਪਾਪ ਕਰਦਾ ਹੈ ਤਾਂ ਕੀ ਉਹ ਪਾਪ ਕਰਕੇ ਆਪਣੀ ਮੁਕਤੀ ਨੂੰ ਗਵਾ ਸਕਦਾ ਹੈ? ਦੋਸਤੋ, ਮੈਨੂੰ ਉਮੀਦ ਹੈ ਕਿ ਤੁਹਾਨੂੰ ਅੱਜ ਦਾ ਵਿਸ਼ਾ ਬਹੁਤ ਚੰਗੀ ਤਰ੍ਹਾਂ ਸਮਝ ਆ ਗਿਆ ਹੋਵੇਗਾ ਅਤੇ ਤੁਹਾਨੂੰ ਇਸ ਦਾ ਆਤਮਿਕ ਲਾਭ ਜ਼ਰੂਰ ਮਿਲਿਆ ਹੋਵੇਗਾ। ਇੱਕ ਵਾਰ ਫਿਰ ਤੋਂ ਤੁਹਾਡਾ ਸਾਰਿਆਂ ਦਾ ਅੱਜ ਦੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਣ ਦੇ ਲਈ ਅਸੀਂ ਦਿਲ ਤੋਂ ਧੰਨਵਾਦ ਕਰਦੇ ਹਾਂ। ਹੁਣ ਸਮਾਂ ਹੋ ਗਿਆ ਕਿ ਅਸੀਂ ਆਪਣੇ ਪ੍ਰੋਗਰਾਮ ਨੂੰ ਇੱਥੇ ਹੀ ਸਮਾਪਤ ਕਰੀਏ। ਸਾਨੂੰ ਇਜਾਜ਼ਤ ਦਿਓ, ਫੇਰ ਮਿਲਾਂਗੇ ਇੱਕ ਨਵੇਂ ਪ੍ਰੋਗਰਾਮ ਦੇ ਨਾਲ। ਜੈ ਮਸੀਹ ਦੀ। ਕੀ ਤੁਹਾਨੂੰ ਇਹ ਪ੍ਰੋਗਰਾਮ ਪਸੰਦ ਆਇਆ? ਹੁਣੇ ਸਾਨੂੰ ਇੱਕ ਮਿਸ ਕਾਲ ਦਿਓ ਤੇ ਤੁਸੀਂ ਅਗਲੇ ਜੇਤੂ ਹੋ ਸਕਦੇ ਹੋ।